जब तक मेरी ज़िंदगी है मैं तो फ्री देना चाहना है, पर लोग फ्री खा खा के ना वो महसूस करते अंदर उन्होंने चोट लगती है, ताकि उन्होंने प्राउड बनया रहे खान का, इस करके वो 5 रुपये ले लईदे है, ताकि वो ये सोचन भी हाँ मैं पैसे दे के खा रहा। ਮਹਿਤਾ ਸਾਹਿਬ ਉਮਰ ਕਿੰਨੀ ਹੈ ਤੁਹਾਡੀ? ਜਿੰਨੀ ਮਰਜ਼ੀ ਸਮਝ ਲਓ। ਦੇਖੋ ਜੀ ਗੋਲਮੋਲ, ਬਿਲਕੁਲ ਗੋਲਮੋਲ ਜਵਾਬ। ਇੱਥੇ ਆ ਕੇ ਤਾਂ ਜਵਾਨ ਹੋ ਗਏ। ਬਿਲਕੁਲ ਜੀ ਬਿਲਕੁਲ। ਇੱਥੇ ਸਾਨੂੰ ਦਿਲ ਹੀ ਨਹੀਂ ਕਰਦਾ ਵੀ ਆਰਾਮ ਕਰੀਏ ਕਿ ਖੁਸ਼ ਰਹਿੰਦੇ ਅਸੀਂ ਬਹੁਤ ਜ਼ਿਆਦਾ। ਵੇਲੇ ਬੰਦਾ ਜਵਾਨ ਰਹਿੰਦਾ ਵਾ। ਮੇਰਾ ਖਿਆਲ ਹੈ ਮੈਂ ਸਵੇਰ ਦਾ ਖੜਾ ਵਾਂ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਥਕਾਵਟ ਹੋਈ ਹੈ। ਮੈਂ ਸਾਰੇ ਪਾਸੇ ਸੈਲ ਵੀ ਕਰਦੀ ਹੈ, ਸਾਰੇ ਪਾਸੇ ਘੁੰਮੀਦਾ ਵੀ ਹੈ, ਲੇਕਿਨ ਫਿਰ ਵੀ ਜਵਾਨ ਰਹਿੰਦਾ। ਸੋ ਜਿਵੇਂ ਕਿ ਪਿੱਛੇ ਜੇ ਹੁਣ ਕਰੋਨਾ ਮਹਾਮਾਰੀ ਲੰਘੀ ਹੈ, ਜਿਸ ਦੇ ਕਾਰਨ ਲੋਕਾਂ ਦੇ ਕਾਰੋਬਾਰ ਤਹਿਸ ਨਹਿਸ ਹੋ ਗਏ ਸੀ ਤੇ ਗਰੀਬ ਪਰਿਵਾਰ, ਗਰੀਬ ਲੋਕ ਜਿਨ੍ਹਾਂ ਨੂੰ ਰੋਟੀ ਦੇ ਵੀ ਸਾਂਸੇ ਹੋ ਗਏ ਸੀ, ਰੋਟੀ ਤੋਂ ਵੀ ਮੁਹਤਾਜ ਹੋ ਗਏ ਸੀ, ਉਦੋਂ ਬਹੁਤ ਸਾਰੀਆਂ ਸੰਸਥਾਵਾਂ ਨੇ ਅੱਗੇ ਆ ਕੇ ਇਹਨਾਂ ਲੋਕਾਂ ਦਾ, ਇਹਨਾਂ ਗਰੀਬ ਲੋਕਾਂ ਦਾ ਹੱਥ ਫੜਿਆ ਸੀ ਤੇ ਉਹਨਾਂ ਦੇ ਘਰਾਂ ਦੇ ਤੱਕ ਅਨਾਜ ਪਹੁੰਚਾਇਆ ਸੀ, ਖਾਣਾ ਪਹੁੰਚਾਇਆ ਸੀ। ਲੇਕਿਨ ਇਹ ਸੰਸਥਾਵਾਂ ਕਰੋਨਾ ਮਹਾਮਾਰੀ ਦੇ ਖਤਮ ਹੋਣ ਦੇ ਨਾਲ ਨਾਲ ਅਲੋਪ ਵੀ ਹੁੰਦੀਆਂ ਗਈਆਂ ਨੇ। ਲੇਕਿਨ ਪਟਿਆਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਆਪ ਕੀ ਆਪਣੀ ਰਸੋਈ, ਜਿੱਥੇ ਕਿ ਹਰ ਰੋਜ਼ 5 ਰੁਪਏ ਦੇ ਵਿੱਚ ਭਰ ਪੇਟ ਖਾਣਾ ਮਿਲਦਾ ਜੀ, ਦੇਸੀ ਘੀ ਦਾ ਉਹ ਵੀ। ਸੋ ਇਸ ਰਸੋਈ ਬਾਰੇ, ਸੋ ਜਿਨ੍ਹਾਂ ਦੁਆਰਾ ਇਹ ਰਸੋਈ ਚਲਾਈ ਜਾ ਰਹੀ ਮਹੇਸ਼ਿੰਦਰ ਜੀ ਬਾਂਸਲ ਸਾਹਿਬ, ਅਸੀਂ ਉਹਨਾਂ ਨਾਲ ਗੱਲ ਕਰਾਂਗੇ, ਕਿਉਂਕਿ ਨਿਰਵਿਘਨ ਹਰ ਰੋਜ਼ ਇਹ ਰਸੋਈ ਚੱਲਦੀ ਹੈ, ਜਿੱਥੇ ਹਜ਼ਾਰਾਂ ਹੀ ਲੋਕ 5 ਰੁਪਏ ਦੇ ਵਿੱਚ ਆ ਕੇ ਭਰ ਪੇਟ ਖਾਣਾ ਖਾਂਦੇ ਨੇ। ਸੋ ਆਓ ਜੀ ਗੱਲਬਾਤ ਕਰ ਦਿਆਂਗੇ ਬਾਂਸਲ ਸਾਹਿਬ ਨਾਲ। ਸੋ ਹੁਣ ਸਾਡੇ ਨਾਲ ਨੇ ਜੀ ਆਪਕੀ ਆਪਣੀ ਰਸੋਈ ਤੋਂ ਮਹੇਸ਼ ਬਾਂਸਲ ਜੀ, ਜੋ ਕਿ ਲਗਾਤਾਰ ਹਰ ਰੋਜ਼ ਮਨੁੱਖਤਾ ਦੇ ਬਾਰੇ ਸੋਚਦੇ ਹੋਏ, ਗਰੀਬ ਲੋਕਾਂ ਬਾਰੇ ਸੋਚਦੇ ਹੋਏ ਲਗਾਤਾਰ ਇਸ ਰਸੋਈ ਨੂੰ ਚਲਾ ਰਹੇ ਨੇ। ਸੋ ਬਹੁਤ ਇੱਕ ਤੁਹਾਨੂੰ ਵਧਾਈ ਦੇਵਾਂਗੇ, ਕਿਉਂਕਿ ਤੁਸੀਂ ਬਹੁਤ ਵੱਡਾ ਇੱਕ ਕਾਰਜ ਜੋ ਲਿਖਿਆ ਹੋਇਆ ਜੀ, ਮਨੁੱਖਤਾ ਦੀ ਸੇਵਾ। ਕਿਉਂਕਿ ਭੁੱਖ ਸਭ ਤੋਂ ਵੱਡੀ ਬਿਮਾਰੀ ਹੈ ਦੁਨੀਆ ਦੀ, ਤੁਸੀਂ ਇਸ ਬਿਮਾਰੀ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। नहीं सर, ऐसी कोई बात नहीं। मैं तो महज 60 साल भी इस पटियाले तो ही बिजनेस च कमाया है गया। 60 साल तो बाद सोशल सर्विस आ गया तो 3-4 साल तो मेरी रसोई चल रही है, 4था साल है ये। तो मैनू बड़ी खुशी होंदी है, जिहड़ी मेरी सैटिस्फैक्शन है वो बहुत बड़ी चीज़ है। बाकी लोगों को भी फायदा पहुँच रहा है। ये टाइम जिहड़ा कोविड का टाइम है, तो वैसे भी लोगों च बेरोज़गारी और इनकम बहुत घट हैगी है। अगर मैं किसी को 5 रुपये च पेट भर भोजन दे देना तो वो 10-20 रुपये बचते हैं, तो महीने के 1000-1200 की फैमिली के बच जाने, तो मैनू इस गल की बहुत खुशी है। ਸੋ ਬਾਂਸਲ ਸਾਹਿਬ, ਹਰ ਇੱਕ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਪ੍ਰਫੁੱਲਤ ਕਰਨਾ ਚਾਹੁੰਦਾ, ਪਰ ਤੁਸੀਂ ਕੀ ਕਹਿ ਰਹੇ ਹੋ ਕਿ ਮੈਂ ਬਿਜ਼ਨਸ ਚੋਂ ਕਮਾਇਆ, ਪਟਿਆਲੇ ਚੋਂ ਕਮਾਇਆ ਤੇ ਪਟਿਆਲਾ ਵਾਸੀਆਂ ਦੇ ਲਈ ਉਹ ਦਾਨ ਕਰ ਰਿਹਾ। ਇਹ ਸੁਝਾਅ ਕਿੱਥੋਂ ਦਿਮਾਗ 'ਚ ਆਇਆ? गल है जी, मेरे तो दिमाग में सोशल सर्विस करन दा आया ही होया सीगा भी 60 साल तो बाद मैं कुछ ना कुछ सोशल सर्विस च पैना है। भी सारी दुनिया रिटायर हो जाती है, घर बैठ जाती है, मैं क्यों ना अपने बिजनेस तो रिटायर होवां। तो मैं बिजनेस तो रिटायर होके मैं सोचा भी मेरी प्रॉपर्टी इन्नी ज़्यादा हैगी है, मैं जो 10-20% भी ये करा तो भी मैं कर नहीं सकता ता जिंदगी। तो मैंने हुण व्रत ले लिया है, प्रण कर लिया है भी ता जिंदगी मैं ये काम करांगा। तो 5 रुपये च मैं खाना देसी घी का बनया हुआ इस तरह ही दिंदा रहांगा। ਸੋ ਬਾਂਸਲ ਸਾਹਿਬ, ਜਿਹੜਾ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ 3 ਜਾਂ 4 ਸਾਲ ਤੋਂ ਇਹ ਰਸੋਈ ਲਗਾਤਾਰ ਚੱਲ ਰਹੀ ਹੈ, 5 ਰੁਪਏ ਪਹਿਲੇ ਦਿਨ ਤੋਂ ਰੇਟ ਸੀ ਜਾਂ ਰੇਟ ਵਧੇ ਘਟੇ ਨੇ? ये पहले दिन तो स्टार्ट करी सी मैं, दादी की रसोई के नोएडा चलती है, उसकी वीडियो वेखी सी, तो उस दिन तो उन्हें 5 रुपये रखी है। पहले असी दाल चावल देंदे सीगे, हुण उहदे च हलवा भी नाल चालू करता, तो चावल भी नाल चालू करते, तो फिर अनलिमिटेड भी करती, तो है रेट वही 5 रुपये रखा जी।
ਬਾਂਸਲ ਸਾਹਿਬ ਫਿਊਚਰ ਦੇ ਵਿੱਚ ਇਹ ਰੇਟ ਕਦੇ ਰਿਵਾਈਵ ਤਾਂ ਨਹੀਂ ਹੋਣਗੇ? ਨਹੀਂ ਜੀ ਨਹੀਂ, ਜਦ ਤੱਕ ਮੇਰੀ ਜ਼ਿੰਦਗੀ ਹੈ ਮੈਂ ਤਾਂ ਫ੍ਰੀ ਦੇਣਾ ਚਾਹੁੰਦਾ। ਉਹ ਲੋਕ ਫ੍ਰੀ ਖਾ ਖਾ ਕੇ ਨਾ ਉਹ ਮਹਿਸੂਸ ਕਰਦੇ ਆ, ਅੰਦਰ ਉਹਨਾਂ ਦੇ ਚੋਟ ਲੱਗਦੀ ਹੈ, ਤਾਂ ਕਿ ਉਹਨਾਂ ਦਾ ਪ੍ਰਾਊਡ ਬਣਿਆ ਰਹੇ ਖਾਣ ਦਾ। ਇਸ ਕਰਕੇ ਉਹ 5 ਰੁਪਏ ਲੈ ਲਈਦੇ ਹੈ, ਤਾਂ ਕਿ ਉਹ ਇਹ ਸੋਚਣ ਵੀ ਹਾਂ ਮੈਂ ਪੈਸੇ ਦੇ ਕੇ ਖਾ ਰਿਹਾ। ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਜੀ? ਕਿਉਂਕਿ ਕਈ ਵਾਰ ਪਰਿਵਾਰ ਵਾਲੇ ਕੀ ਸੋਚਦੇ ਨੇ ਵੀ ਤੁਸੀਂ ਇੰਨੀ ਮਿਹਨਤ ਨਾਲ, ਜਿਵੇਂ ਕਿ ਬੱਚੇ ਅਕਸਰ ਔਲਾਦ ਸਾਡੀ ਕਹਿੰਦੇ ਵੀ ਤੁਸੀਂ ਇੰਨੀ ਮਿਹਨਤ ਨਾਲ ਪੈਸਾ ਕਮਾਇਆ, ਜੋ ਸਾਡੇ ਹੱਕ ਹੈਗਾ ਉਹ ਤੁਸੀਂ ਲੋਕਾਂ 'ਚ ਵੰਡ ਰਹੇ ਹੋ। ਕੋਈ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਾਈ? ਨਹੀਂ, ਮੈਨੂੰ ਮੇਰਾ ਪਰਿਵਾਰ ਬਹੁਤ ਸਹਿਯੋਗ ਕਰ ਰਿਹਾ। ਪਹਿਲੀ ਵੀਡੀਓ ਵੀ ਮੈਨੂੰ ਦਾਦੀ ਦੀ ਰਸੋਈ ਵਾਲੀ ਮੇਰੇ ਬੇਟੇ ਨੇ ਹੀ ਭੇਜੀ ਸੀਗੀ, ਤੇ ਉਹ ਸਭ ਮੇਰੇ ਨਾਲ ਹੈ, ਬਹੁਤ ਖੁਸ਼ ਹੈ, ਤੇ ਮੈਂ ਵੀ ਬਹੁਤ ਖੁਸ਼ ਹਾਂ ਜੀ। ਬਾਂਸਲ ਸਾਹਿਬ ਤੁਸੀਂ ਹਰ ਰੋਜ਼ ਇੱਥੇ ਸੇਵਾ ਨਿਭਾ ਰਹੇ ਹੋ, ਪਰਿਵਾਰ ਦੇ ਮੈਂਬਰ ਵੀ ਆ ਕੇ ਹੱਥ ਵਟਾਉਂਦੇ ਨਾਲ ਤੁਹਾਡੇ? ਪਰਿਵਾਰ ਦੇ ਮੈਂਬਰ ਕਦੀ ਕਦੀ ਆ ਜਾਂਦੇ ਆ, ਜ਼ਿਆਦਾਤਰ ਮੇਰੇ ਫਰੈਂਡਸ ਹੈ, ਇਹ ਮੇਰੇ ਨਾਲ ਸੈਰ ਕਰਦੇ ਆ, ਰਿਟਾਇਰਡ ਬੰਦੇ ਆ ਇਹ ਸਾਰੇ, ਇਹ ਮੇਰੀ ਹੈਲਪ ਕਰਦੇ ਆ, ਤੇ ਕਈ ਵਾਰੀ ਮੈਨੂੰ ਦੇਸੀ ਕੀ ਡੋਨੇਸ਼ਨ ਵੀ ਦਿੰਦੇ ਆ। ਸੋ ਇਹ ਸੀ ਜੀ ਬਾਂਸਲ ਸਾਹਿਬ, ਜਿਨ੍ਹਾਂ ਨੇ ਦੱਸਿਆ ਵੀ 5 ਰੁਪਏ ਦੇ ਵਿੱਚ ਜਦੋਂ ਤੋਂ ਰਸੋਈ ਸ਼ੁਰੂ ਹੋਈ ਆ, 5 ਰੁਪਏ ਤੋਂ ਭਰ ਪੇਟ ਖਾਣਾ ਗਰੀਬਾਂ ਦੇ ਲਈ। ਕਿਉਂਕਿ ਪਿੱਛੇ ਮੈਂ ਗੱਲ ਪਹਿਲਾਂ ਵੀ ਕੀਤੀ ਸੀ, ਮੰਦੀ ਵੀ ਚੱਲੀ ਹੈ, ਤੇ ਸਰ ਨੇ ਵੀ ਦੱਸਿਆ ਵੀ ਕਰੋਨਾ ਦੇ ਕਾਰਨ ਲੋਕਾਂ ਦੇ ਬਿਜ਼ਨਸ ਚੌਪਟ ਹੋ ਗਏ ਨੇ। ਆਮ ਜਿਹੜਾ ਗਰੀਬ ਹੈ ਭਰ ਪੇਟ ਖਾਣਾ ਖਾਣ ਤੋਂ ਵੀ ਲਾਚਾਰ ਹੋ ਚੁੱਕਾ ਸੀ। ਉਸ ਇੱਕ ਸੋਚ ਲੈ ਕੇ ਚੱਲੇ ਸੀ ਕਿ 4 ਸਾਲ ਪਹਿਲਾਂ ਵੀ ਆਪਾਂ ਸੋਸ਼ਲ ਸਰਵਿਸ ਕਰਨੀ ਹੈ, ਲੇਕਿਨ ਸੋਸ਼ਲ ਸਰਵਿਸ ਵੀ ਇਸ ਤਰ੍ਹਾਂ ਵੀ ਡਾਇਰੈਕਟ ਲੋਕਾਂ ਨੂੰ ਉਹਦਾ ਫਾਇਦਾ ਪਹੁੰਚੇ, ਗਰੀਬ ਵਰਗ ਨੂੰ ਪਹੁੰਚੇ। ਸੋ ਜਿਵੇਂ ਇਹਨਾਂ ਨੇ ਦੱਸਿਆ ਵੀ 5 ਰੁਪਏ ਰੇਟ ਜਦੋਂ ਤੱਕ ਇਹਨਾਂ ਦੀ ਜ਼ਿੰਦਗੀ ਹੈ 5 ਰੁਪਏ ਤੱਕ ਹੀ ਰੇਟ ਚੱਲਦਾ ਰਹੇਗਾ। ਤੇ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਵੀ 5 ਰੁਪਏ ਵੀ ਕਿਉਂ ਦਿੱਤੇ ਗਏ ਨੇ, ਕਿਉਂ ਕੁਝ ਲੋਕ ਜੋ ਫ੍ਰੀ ਦੇ ਵਿੱਚ ਭੋਜਨ ਨਹੀਂ ਕਰਨਾ ਚਾਹੁੰਦੇ ਜਾਂ ਸ਼ਰਮ ਮਹਿਸੂਸ ਕਰਦੇ ਨੇ ਵੀ ਅਸੀਂ ਫ੍ਰੀ ਕਿਉਂ ਖਾਈਏ, ਸਿਰਫ ਉਸ ਗੱਲ ਨੂੰ ਲੈ ਕੇ ਇਹਨਾਂ ਨੇ 5 ਰੁਪਏ ਰੇਟ ਰੱਖਿਆ। ਸੋ ਅਸੀਂ ਵੀ ਅੱਗੇ ਪਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਇਹੋ ਜਿਹੀ ਸੋਚ ਨੂੰ ਲੈ ਕੇ ਹੋਰ ਦਾਨੀ ਸੱਜਣ ਵੀ, ਜਿਵੇਂ ਕਿ ਇਹਨਾਂ ਨੇ ਦੱਸਿਆ ਇਹਨਾਂ ਦੇ ਫਰੈਂਡ ਸਰਕਲ, ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗੇ ਜੋ ਇਹਨਾਂ ਫਰੈਂਡ ਸਰਕਲ ਜੀ ਬਾਂਸਲ ਸਾਹਿਬ ਦੇ ਨਾਲ, ਇਹ ਤੁਸੀਂ ਸਾਰੇ ਦੇਖ ਰਹੇ ਹੋ, ਸਾਰੇ ਰਿਟਾਇਰਡ ਪਰਸਨ ਨੇ ਜੀ, ਜੋ ਕਿ ਇਕੱਠਿਆਂ ਇਹ ਰਿਟਾਇਰ ਹੋਏ ਨੇ, ਜੋ ਇਹਨਾਂ ਦੇ ਫਰੈਂਡ ਸਰਕਲ ਦੇ ਵਿੱਚੋਂ ਰਿਟਾਇਰ ਹੋ ਕੇ, ਚਾਹੇ ਉਹ ਬਿਜ਼ਨਸ ਦੇ ਵਿੱਚੋਂ ਰਿਟਾਇਰ ਹੋ ਰਹੇ ਨੇ 60 ਸਾਲ ਤੋਂ ਬਾਅਦ, ਚਾਹੇ ਨੌਕਰੀਆਂ ਤੋਂ ਹੋ ਰਹੇ ਨੇ, ਇਹ ਸੇਵਾ ਦੇ ਵਿੱਚ ਆ ਰਹੇ ਨੇ ਜੀ। ਸੋ ਬਹੁਤ ਵੱਡਾ ਇੱਕ ਸੁਨੇਹਾ ਵੀ ਹੈ ਇਹਨਾਂ ਜਿੰਨੇ ਵੀ ਸਾਡੇ ਸੀਨੀਅਰ ਸਿਟੀਜ਼ਨ ਦੇ ਉਹਨਾਂ ਵੱਲੋਂ, ਕਿਉਂਕਿ ਜਦੋਂ ਅਸੀਂ 60 ਸਾਲ ਤੇ ਪਹੁੰਚਦੇ ਹਾਂ ਤਾਂ ਹਰੇਕ ਇਨਸਾਨ ਇਹ ਚਾਹੁੰਦਾ ਵੀ ਮੈਂ ਰਿਟਾਇਰ ਹੋ ਚੁੱਕਿਆਂਗਾ ਆਪਦੇ ਸਰਵੇ ਦੇ ਵਿੱਚੋਂ, ਤੇ ਸਰਕਾਰ ਨੇ ਮੈਨੂੰ ਫੈਸਿਲਿਟੀਆਂ ਦਿੱਤੀਆਂ ਨੇ, ਮੈਂ ਉਹਨਾਂ ਦਾ ਬਹਿ ਕੇ ਆਨੰਦ ਮਾਣਾ। ਲੇਕਿਨ ਇੱਕ ਬਹੁਤ ਅੱਛੀ ਸੋਚ ਲੈ ਕੇ ਇਹ ਸਾਡੇ ਸੀਨੀਅਰ ਸਿਟੀਜ਼ਨ ਇੱਕ ਚਾਨਣ ਮੁਨਾਰਾ ਬਣ ਰਹੇ ਨੇ। ਤੇ ਮੈਂ ਨਾਲ ਗੁਜ਼ਾਰਿਸ਼ ਕਰਾਂਗਾ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ, ਖਾਸ ਤੌਰ ਤੇ ਸਾਡੇ ਯੂਥ, ਉਹ ਵੀ ਆ ਕੇ ਇਹਨਾਂ ਸੀਨੀਅਰ ਸਿਟੀਜ਼ਨ ਦੇ ਨਾਲ ਸੇਵਾ ਕਰ ਸਕਦੇ ਨੇ ਜੀ। ਸੋ ਬਾਂਸਲ ਸਾਹਿਬ ਜਿੰਨੇ ਸੀਨੀਅਰ ਸਿਟੀਜ਼ਨ ਨੇ ਇਹ ਸਾਰੇ ਫ੍ਰੀ ਆਫ ਕਾਸਟ ਕਰ ਰਹੇ ਨੇ ਜੀ? ਹਾਂਜੀ, ਇਹ ਫ੍ਰੀ ਆਫ ਕਾਸਟ ਸੋਸ਼ਲ ਸਰਵਿਸ ਕਰ ਰਹੇ ਜੀ। ਹਾਂ, ਔਰ ਮੈਨੂੰ ਬਲਕਿ ਅਕੋਮੋਡੇਟ ਕਰਦੇ ਰਹਿੰਦੇ, ਦੇਸੀ ਕੀ ਡੋਨੇਸ਼ਨ ਦਿੰਦੇ ਰਹਿੰਦੇ ਆ। ਸੋ ਬਾਂਸਲ ਸਾਹਿਬ ਨੇ ਦੱਸਿਆ ਵੀ ਇਹ ਸਿਰਫ ਇਕੱਲੇ ਜੋ ਜਿੰਨੇ ਸੀਨੀਅਰ ਸਿਟੀਜ਼ਨ ਜਾਂ ਇਹਨਾਂ ਦੇ ਨਾਲ ਇਹਨਾਂ ਦੀ ਮਦਦ ਕਰ ਰਹੇ ਨੇ, ਉਹ ਲੋਕ ਸਿਰਫ ਇਹਨਾਂ ਦੀ ਮਦਦ ਨਹੀਂ ਕਰ ਰਹੇ, ਇਹਨਾਂ ਦੇ ਫਰੈਂਡ ਸਰਕਲ ਵਾਲੇ ਮਦਦ ਹੀ ਨਹੀਂ ਕਰ ਰਹੇ, ਨਾਲ ਇਹਨਾਂ ਨੂੰ ਡੋਨੇਸ਼ਨ ਵੀ ਦੇ ਰਹੇ ਨੇ। ਸੋ ਇੱਕ ਇਹ ਦਾਇਰਾ ਬਣਾਇਆ ਇਹਨਾਂ ਨੇ ਜੀ, ਬਹੁਤ ਅੱਛਾ ਦਾਇਰਾ ਬਣਿਆ ਬਾਂਸਲ ਸਾਹਿਬ ਦਾ। ਸੋ ਇਹ ਪੂਰੇ ਮੈਂ ਬਹੁਤ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਕਿ ਸਾਡੇ ਸੀਨੀਅਰ ਸਿਟੀਜ਼ਨ ਕੰਮ ਲਾ ਲਿਆ ਜੀ ਇਹਨਾਂ ਨੇ, ਅਸੀਂ ਵਿਹਲੇ ਘੁੰਮਦੇ ਸੀ। ਰਿਟਾਇਰਮੈਂਟ ਤੋਂ ਬਾਅਦ ਮੈਂ ਰਿਟਾਇਰਡ ਹਾਂ, ਚੀਫ ਮੈਨੇਜਰ ਫਰੋਮ ਸਟੇਟ ਬੈਂਕ ਆਫ ਇੰਡੀਆ, ਲੇਕਿਨ ਇਹਨਾਂ ਦੇ ਸਦਕੇ ਅਸੀਂ ਵੀ ਕੁਝ ਸੋਸ਼ਲ ਸਰਵਿਸ ਕਰ ਰਹੇ ਹਾਂ। ਬਹੁਤ ਖੁਸ਼ੀ ਲੱਗਦੀ ਹੈ ਜੀ। ਸਰ ਕਿਸ ਤਰ੍ਹਾਂ ਦਾ ਲੱਗ ਰਿਹਾ, ਤੁਸੀਂ ਬਿਜ਼ਨਸ ਦੇ ਵਿੱਚੋਂ ਆਏ ਹੋ, ਸੌਰੀ ਤੁਸੀਂ ਜੌਬ 'ਚੋਂ ਆਏ ਹੋਗੇ, ਤੇ ਬਹੁਤ ਸਟ੍ਰੈਸਫੁਲ ਜੌਬ ਹੁੰਦੀ ਹੈ ਬੈਂਕਿੰਗ ਦੀ, ਠੀਕ ਹੈ ਜੀ? ਰਿਲੈਕਸ ਫੀਲ ਕਰਦੇ ਆ, ਬਹੁਤ ਅੱਛੀ ਕੰਪਨੀ ਹੈ ਜੀ। ਅਸੀਂ ਸੈਲਡ ਵੀ ਇੱਥੇ ਖਾਂਦੇ ਜੀ, ਔਰ ਬਾਂਸਲ ਸਾਹਿਬ ਬਹੁਤ ਹੈਲਪਫੁਲ ਹੈ ਜੀ। ਔਰ ਜਦੋਂ ਵੀ ਅਸੀਂ ਕੁਝ ਕਰਨਾ ਚਾਹੁੰਦੇ ਆ, ਇਹ ਸਾਡੇ ਨਾਲ ਲੱਗਦੇ ਆ। ਅੰਦਰ ਮਸ਼ੀਨ ਲੱਗ ਗਈ ਸਾਡੀ ਆਟੋ ਆਪਣਾ ਰੋਟੀਆਂ ਬਣਾਉਣ ਵਾਲੀ, ਇਹ ਸਾਰਾ ਫਰਨੀਚਰ ਸਭ ਕੁਝ ਇਹ ਇਹਨਾਂ ਦੀ ਆਪਣੀ ਦੇਣ ਹੈ। ਸਾਡੀ ਤਨ ਮਨ ਧਨ ਕਹਿੰਦੇ ਨਾ, ਸਾਡਾ ਤਨ ਹੀ ਤਨ ਹੈ ਇੱਥੇ, ਤਨ ਔਰ ਮਨ ਇੱਥੇ ਤਾਨੇ ਲਗਾਉਂਦੇ ਸਾਰਾ। ਨਹੀਂ ਸਰ, ਕਿਸੇ ਤਰ੍ਹਾਂ ਦੀ ਥਕਾਵਟ ਮਹਿਸੂਸ ਨਹੀਂ ਹੁੰਦੀ ਕਿਉਂਕਿ 60 ਸਾਲ ਦੀ ਉਮਰ ਤੇ ਅਸੀਂ ਰਿਲੈਕਸਡ ਹੋ ਜਾਂਦੇ ਹਾਂ। ਮਹਿਤਾ ਜੀ ਹੈ ਦੇਖੋ, ਇਹ ਡੇਲੀ ਆਉਂਦੇ ਹੈ, ਡੇਲੀ, ਔਰ ਇੰਨੇ ਖੁਸ਼ ਰਹਿੰਦੇ ਹੈ, ਅਖੀਰ ਤੱਕ ਜਾਨ ਤੱਕ ਖੁਸ਼ ਹੁੰਦੇ ਹੈ। ਮਹਿਤਾ ਸਾਹਿਬ ਉਮਰ ਕਿੰਨੀ ਹੈ ਤੁਹਾਡੀ? ਜਿੰਨੀ ਮਰਜ਼ੀ ਸਮਝ ਲਓ, ਦੇਖੋ ਜੀ, ਗੋਲ ਬੋਲ ਜਵਾਬ, ਕਿਤੇ ਆ ਕੇ ਤਾਂ ਜਵਾਨ ਹੋ ਗਏ। ਬਿਲਕੁਲ ਜੀ, ਬਿਲਕੁਲ। ਸੋ ਮਹਿਤਾ ਸਾਹਿਬ ਨੇ ਦੱਸਿਆ ਵੀ ਜਿਵੇਂ ਕਿ ਸਾਡੇ ਸੀਨੀਅਰ ਸਿਟੀਜ਼ਨ, ਮੈਂ ਪਹਿਲਾਂ ਦੱਸ ਚੁੱਕਿਆ ਸਾਰੇ ਸੀਨੀਅਰ ਸਿਟੀਜ਼ਨ ਨਹੀਂ ਆਪਣੇ ਬਿਜ਼ਨਸ ਤੋਂ ਤੇ ਆਪਣੀਆਂ ਨੌਕਰੀਆਂ ਤੋਂ ਰਿਟਾਇਰ ਹੋ ਕੇ ਪਹੁੰਚੇ ਨੇ, ਲੇਕਿਨ ਸਰ ਦੇ ਮੁਤਾਬਕ ਜਿਵੇਂ ਮਹਿਤਾ ਸਰ ਨੇ ਦੱਸਿਆ, ਸਾਡੇ ਮੈਨੇਜਰ ਸਾਹਿਬ ਨੇ ਦੱਸਿਆ ਜੀ ਵੀ ਅਸੀਂ ਇੱਥੇ ਆ ਕੇ ਥਕਾਵਟ ਮਹਿਸੂਸ ਨਹੀਂ ਹੁੰਦੀ, ਜਦੋਂ ਕਿ ਬਜ਼ੁਰਗ 60 ਸਾਲ ਤੋਂ ਬਾਅਦ ਥਕਾਵਟ ਮਹਿਸੂਸ ਕਰ ਲੈਂਦੇ, ਲੇਕਿਨ ਇਹ ਕਹਿੰਦੇ ਨੇ ਅਸੀਂ ਸੇਵਾ ਕਰਕੇ ਸਾਨੂੰ ਸਫੂਰਤੀ ਮਿਲਦੀ ਹੈ ਜੀ। ਸੋ ਮੈਂ ਬਹੁਤ ਧੰਨਵਾਦ ਕਰਾਂਗਾ ਸਾਡੇ ਚੈਨਲ ਦੇ ਵੱਲੋਂ, ਦਾ A1 ਮੀਡੀਆ ਬਾਂਸਲ ਸਾਹਿਬ ਦਾ ਦੁਬਾਰਾ ਸ਼ੁਕਰੀਆ ਕਰਦੇ ਹਾਂ ਵੀ ਇਹਨਾਂ ਨੇ ਸਾਨੂੰ ਯੰਗ ਕਰ ਦਿੱਤਾ। ਨਹੀਂ ਤਾਂ ਘਰ ਬੈਠ ਕੇ ਬੰਦਾ ਨਿਠੱਲਾ ਵੀ ਹੋ ਸਕਦਾ ਹੈ, ਥੱਕ ਵੀ ਸਕਦਾ ਹੈ। ਇੱਥੇ ਸਾਨੂੰ ਦਿਲ ਹੀ ਨਹੀਂ ਕਰਦਾ ਵੀ ਆਰਾਮ ਕਰੀਏ, ਕਿ ਖੁਸ਼ ਰਹਿੰਦੇ ਅਸੀਂ ਬਹੁਤ ਜ਼ਿਆਦਾ।
ਸੰਸਥਾ ਦੇ ਵਿੱਚ ਇਸ ਰਸੋਈ ਦੇ ਵਿੱਚ ਸੇਵਾ ਨਿਭਾਉਣ ਵਾਲੇ ਐਸਡੀਓ ਸਾਹਿਬ ਸਾਡੇ ਨਾਲ ਨੇ ਜੀ। ਸੋ ਆਪਾਂ ਇਹਨਾਂ ਵਿਚਾਰ ਜਾਣਦੇ ਮੈਂ ਬਿਜਲੀ ਬੋਰਡ 'ਚ ਐਸਡੀਓ ਰਿਟਾਇਰ ਹੋਇਆ ਜੀ। ਮੈਨੂੰ 2 ਸਾਲ ਹੋ ਗਏ ਨੇ ਰਿਟਾਇਰ ਹੋਏ ਨੂੰ, ਲੇਕਿਨ ਮੇਰੇ ਕੋਲ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਸੀ ਜਿੰਦੇ ਮੈਂ ਕੋਈ ਐਕਸਟਰਾ ਕਰ ਸਕਾਂ। ਮੈਂ ਘਰੇ ਬੈਠਾ ਸੀ। ਵੇਅਰ ਐਜ਼ ਮੈਂ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਖ ਕੇ ਬੰਸ ਸਾਹਿਬ ਦੀ, ਤੇ ਮੈਂ ਇਹਨਾਂ ਨੂੰ ਲੱਭ ਕੇ ਇੱਥੇ ਪਹੁੰਚ ਗਿਆ। ਇਹਨਾਂ ਨੇ ਆਂਦਿਆਂ ਸਾਰ ਇਹ ਗਿਆ ਕਿ ਸੇਵਾ ਕਰਨ ਲਈ ਜਦੋਂ ਮਰਜ਼ੀ ਆਓ, ਵੈਲਕਮ। ਮੈਂ ਇੱਥੇ ਆ ਕੇ ਸੇਵਾ ਕਰ ਰਿਹਾ, ਮੈਨੂੰ ਇੰਨਾ ਮਜ਼ਾ ਆ ਰਿਹਾ ਕਿ ਇੰਨੀ ਖੁਸ਼ੀ ਹੋ ਰਹੀ ਹੈ ਕਿ ਮੈਂ ਵੀ ਚਾਹੁੰਦਾ ਕਿ ਲਵੀ ਸਾਰੇ ਬੰਦੇ ਇਸ ਤਰ੍ਹਾਂ ਹੀ ਜਿਹੜੇ ਘਰ ਬੈਠੇ ਟੀਵੀ ਦੇਖ ਲਿਆ, ਆਪਣਾ ਮੋਬਾਈਲ ਚਲਾ ਲਿਆ, WhatsApp ਭੇਜਦਾ, ਉਹਦੇ ਨਾਲੋਂ ਬੈਟਰ ਹੈ ਕਿ ਇੱਦਾਂ ਦੀ ਸੰਸਥਾ ਖੋਲ੍ਹਣ ਤੇ ਇੱਦਾਂ ਦੀ ਸੰਸਥਾ ਸਾਰਿਆਂ ਦਾ ਭਲਾ ਕਰਨ, ਜਿਹੜੇ ਕਿ ਬਹੁਤ ਵਧੀਆ ਹੋਏ, ਜਿਹੜੇ ਕਿ ਤੁਹਾਡੇ ਫਿਊਚਰ ਦੇ ਵਿੱਚ ਵੀ ਕੰਮ ਆਉਣ ਵਾਲੇ ਅੱਜ ਤੱਕ। ਤੇ ਹਰ ਵੇਲੇ ਬੰਦਾ ਜਵਾਨ ਰਹਿੰਦਾ ਵਾ। ਮੇਰਾ ਖਿਆਲ ਕਿ ਮੈਂ ਸਵੇਰ ਦਾ ਖੜਾ ਵਾਂ, ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੋਈ ਥਕਾਵਟ ਹੋਈ ਹੈ। ਮੈਂ ਸਾਰੇ ਪਾਸੇ ਸੈਲ ਵੀ ਕਰਦੀ ਹੈ, ਸਾਰੇ ਪਾਸੇ ਘੁੰਮੀਦਾ ਵੀ ਹੈ, ਲੇਕਿਨ ਫਿਰ ਵੀ ਜਵਾਨ ਰਹਿੰਦਾ। ਕੋਈ ਮੇਰਾ ਖਿਆਲ ਫੇਸ ਤੋਂ ਮੈਂ ਲੱਗਦਾ ਵੀ ਨਹੀਂ ਕਿ 60 ਸਾਲ ਦਾ ਹੋ ਗਿਆ ਵਾ। ਬਾਕੀ ਤੁਹਾਨੂੰ ਪਤਾ ਚੱਲਾ। ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਕਵਰ ਕੀਤਾ। ਥੈਂਕ ਯੂ ਜੀ। ਸਰ ਮੈਂ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਵੀ ਜਿਨ੍ਹਾਂ ਨੇ ਸਾਡੇ ਬਾਂਸਲ ਸਾਹਿਬ ਨੂੰ ਪਿਓਲੋਜਾਈਜ਼ ਕੀਤਾ, ਔਰ ਇਹਨਾਂ ਨੇ ਜੋ ਅੱਛਾ ਕੰਮ ਕਰ ਰਹੇ ਹੈ ਦੂਸਰੇ ਮੋਟੀਵੇਟ ਹੋਣਗੇ ਇਸ ਕਰਕੇ ਕਰ ਰਹੇ ਹੈ। ਇਹ ਮਸ਼ਹੂਰੀ ਵਾਸਤੇ ਨਹੀਂ ਕਰ ਰਹੇ। ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਨਹੀਂ ਸੋਚਿਆ ਸੀ ਵੀ ਸਾਡੇ ਕੋਲ ਇੰਨੀ ਜਨਤਾ ਆਏਗੀ। ਅਸੀਂ ਤਾਂ ਸੋਚਿਆ ਸੀ 150 ਬੰਦਾ ਆਇਆ ਕਰੇ, ਇੱਥੇ 700-800 1000 ਤੱਕ ਬੰਦੇ ਖਾ ਕੇ ਜਾਂਦੇ ਖਾਣਾ। ਔਰ ਅਸੀਂ ਪੇਪਰ ਪਲੇਟ ਤੋਂ ਸ਼ੁਰੂ ਕੀਤਾ ਸੀ, ਅੱਜ ਸਟੀਲ ਦੀਆਂ ਪਲੇਟਾਂ ਦੇ ਵਿੱਚ ਦੇ ਰਹੇ ਹਾਂ ਖਾਣਾ। ਆਪ ਇੱਥੇ ਹੁਣ ਆਪ ਹੀ ਸਾਫ਼ ਕੀਤੇ ਜਾਣਗੇ ਐਵਰੀਥਿੰਗ। ਔਰ ਇਹ ਸਾਰਾ ਇਨਫਰਾਸਟ੍ਰਕਚਰ ਬਾਂਸਲ ਸਾਹਿਬ ਦਾ ਕ੍ਰੀਏਟ ਕੀਤਾ ਹੋਇਆ, ਐਵਰੀਥਿੰਗ। ਔਰ ਅਸੀਂ ਚੈਨਲ ਦਾ ਬਾਰ-ਬਾਰ ਸ਼ੁਕਰੀਆ ਕਰਦੇ ਹਾਂ ਵੀ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਬਾਕੀ ਲੋਕ ਦੇਖਣ ਬਾਂਸਲ ਜੀ ਨੂੰ ਇੱਕ ਐਗਜ਼ਾਮਪਲ ਮੰਨ ਕੇ ਅੱਗੇ ਚੱਲਣ। ਬਹੁਤ ਸੋ ਥੈਂਕ ਯੂ ਸਰ। ਸੋ ਮੈਨੇਜਰ ਸਾਹਿਬ ਨੇ ਇੱਥੇ ਤੇ ਨਾਲ ਬਾਂਸਲ ਸਾਹਿਬ ਦਾ ਵੀ ਥੈਂਕ ਯੂ ਕਰ। ਅਸੀਂ ਵੀ ਆਪਣੀ ਪੂਰੀ ਟੀਮ ਦੇ ਵੱਲੋਂ ਦਾ ਏਵਨ ਮੀਡੀਆ ਚੈਨਲ ਦੇ ਵੱਲੋਂ ਸਾਡੇ ਪੂਰੇ ਭਾਈਚਾਰੇ ਵੱਲੋਂ, ਸਮਾਜ ਦੇ ਵੱਲੋਂ ਥੈਂਕ ਯੂ ਕਰਾਂਗੇ ਬਾਂਸਲ ਸਾਹਿਬ ਵਰਗੇ ਲੋਕਾਂ ਦਾ, ਜੋ ਕਿ ਇੱਕ ਬਹੁਤ ਵੱਡੀ ਦੇਣ ਦੇ ਰਹੇ ਨੇ। ਭੁੱਖੇ ਨੂੰ ਕਹਿੰਦੇ ਨੇ ਅਨਾਜ ਦੇਣਾ, ਭੁੱਖੇ ਨੂੰ ਭਰਪੇਟ ਖਾਣਾ ਦੇਣਾ ਸਭ ਤੋਂ ਵੱਡਾ ਪੁੰਨ ਹੁੰਦਾ ਹੈ, ਤੇ ਪੁੰਨ ਦਾ ਕੰਮ ਕਰ ਰਹੇ ਨੇ। ਸੋ ਅਸੀਂ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਰਸੋਈ ਇਸ ਤਰ੍ਹਾਂ ਚੱਲਦੀ ਰਹੇ ਤੇ ਲੱਖਾਂ ਹਜ਼ਾਰਾਂ ਲੋਕ ਭੁੱਖੇ ਨਾ ਸੌਣ ਜਾਂ ਭੁੱਖੇ ਨਾ ਰਹਿਣ, ਉਹਨਾਂ ਨੂੰ ਭਰਪੇਟ ਖਾਣਾ ਮਿਲਦਾ ਰਹੇ।